ਉਹ ਸਮਝ ਤਾਂ ਲਿਆ, ਉਹ ਜਪ ਤਾਂ ਲਿਆ, ਪਤਾ ਤਾਂ ਲੱਗ ਗਿਆ ਉਹਦਾ। ਮੈਨੂੰ ਉਹ ਤਾਂ ਇਹਦੇ ਵਿੱਚੋਂ ਹੀ ਪ੍ਰਗਟ ਹੋਣਾ। ਜਿਹੜਾ ਦਾਣਾ ਜਦ ਇੱਕ ਹੋ ਗਿਆ, ਜਿਹੜਾ ਬੂਟਾ ਬਣਨਾ ਕਿੱਥੋਂ ਬਣਨਾ? ਵਿੱਚੋਂ ਹੀ ਬਣਨਾ ਉਹਦੇ। ਉਹ ਨਾਮ ਤਾਂ ਇਹਦੇ ਅੰਦਰੋਂ ਹੀ ਪ੍ਰਗਟ ਹੋਣਾ। ਇਹਨੇ ਆਪੇ ਨਾਮ ਰੂਪ ਬਣ ਜਾਣਾ। ਉਹਦਾ ਵਿਰਸ਼ ਰੂਪ ਹੈ। ਫਿਰ ਉਹ ਨਾਮ ਦੀ ਤਾਂ ਆਰਾਧਨਾ ਹੁੰਦੀ ਹੈ, ਜਾਂ ਐਂ ਕਹਿ ਲਓ ਉਹ ਨਾਮ ਜਿਹੜਾ ਹੈਗਾ, ਇਹ ਜਿਹੜਾ ਹੁੰਦਾ ਨਾ ਇੱਕ ਹੋਇਆ ਹੋਇਆ ਗਿਆਨ ਕਾ ਬੱਧਾ ਮਨ ਰਹੇ, ਇਹ ਮ੍ਰਿਤਿਉ ਦੀ ਉਪਰ ਹੈ। ਸ਼ਬਦ ਮਰਾ, ਇਹ ਮਰਿਆ ਹੋਇਆ, ਇਹ ਮਾਰਨ ਵਾਲਾ ਗਿਆਨ ਹੈ। ਮਾਰਨ ਵਾਲਾ ਕੀ ਹੈ? ਆਪਣੀ ਮਰਜ਼ੀ ਮਾਰੀ ਹੈ, ਮਰਜ਼ੀ ਛੱਡਤੀ ਇਹਨੇ ਆਪਣੀ। ਸਾਡਾ ਭਾਣਾ ਮਰਜ਼ੀ, ਗੁਰ ਕਾ ਭਾਣਾ, ਇਹ ਦੋਹਾਂ ਦਾ ਟਕਰਾਅ ਹੈ। ਗੁਰ ਕੇ ਭਾਣੇ ਦੇ ਅੱਗੇ ਆਪਣੇ ਭਾਣੇ ਨੂੰ ਸਰੈਂਡਰ ਕਰ ਦੇ। ਮੇਰੀ ਇੱਛਾ ਕੋਈ ਨਹੀਂ, ਜਾਂ ਕੋਈ ਇੱਛਾ ਨਹੀਂ ਮਰਿਆ ਹੋਈ ਹੈ ਬਸ। ਫਿਰ ਉਹਨੂੰ ਮਰਿਆ ਹੋਇਆ ਕਹਿ ਦਿੰਦੇ ਹਾਂ ਅਸੀਂ। ਮਨ ਮਾਰ ਲਿਆ ਨਾ, ਕਹਿੰਦਾ ਮਨ ਮਾਰੇ ਬਿਨਾਂ ਭਾਈ ਪੜ੍ਹਾਈ ਨਹੀਂ ਹੁੰਦੀ। ਮਨ ਮਾਰੇ ਬਿਨਾਂ ਵਹਿ ਨਹੀਂ ਹੁੰਦਾ, ਕੰਮ ਨਹੀਂ ਹੁੰਦਾ। ਮਨ ਮਾਰ ਕੇ ਹੁੰਦਾ ਨਾ ਕੰਮ। ਮਨ ਨੂੰ ਸਮਝਾਉਣਾ ਹੀ ਮਾਰਨਾ, ਸਮਝਾਉਣਾ ਵੀ ਮਾਰਨਾ। ਮਾਰਨਾ ਹੁਣ ਲਫ਼ਜ਼ ਵਰਤ ਲਿਆ ਸੀ। ਉਹਦੀ ਮਰਜ਼ੀ ਮੰਨਦੀ ਜਦੋਂ ਨਹੀਂ ਰਹਿੰਦੀ ਤਾਂ ਮਨ ਮਰਿਆ ਹੋਇਆ ਮੰਨਿਆ ਜਾਂਦਾ। ਫਿਰ ਇਹਨੇ ਫਿਰ ਇਹ ਆਰਾਧਨਾ ਕਰਦਾ ਨਾਮ ਦੀ। ਆਰਾਧਨ ਨੇਕਾ ਹਰ ਹਰ ਨਾਮ, ਉਸ ਨਾਮ ਦੀ ਆਰਾਧਨਾ ਹੈ। ਉਹ ਬੁੱਧੀ ਤੋਂ ਪਰੇ ਹੈ। ਬੁੱਧੀ ਤੇ ਅੰਦਰਲਾ ਜਪੀਦਾ ਹੁੰਦਾ। ਬੁੱਧੀ ਗਿਆਨ ਜਪ ਸਕਦੀ ਹੈ, ਨਾਮ ਨਹੀਂ ਜਪ ਸਕਦੀ। ਬੁੱਧੀ ਗਿਆਨ ਜਪ ਸਕਦੀ ਹੈ, ਤਾਂ ਹੀ ਕਹੇ ਐਸਾ ਗਿਆਨ ਜਪੋ ਮਨ ਮੇਰੇ। ਗਿਆਨ ਸਿਰਫ ਜਪਣ ਦਾ ਤਾਂ ਸਮਝਣਾ। ਜਪਣ ਦਾ ਜੋ ਸਾਡਾ ਸਮਝ ਸਕਦੇ ਆ, ਉਹ ਗਿਆਨ ਹੈ ਜਿਹਨੂੰ ਅਸੀਂ ਸਮਝ ਨਹੀਂ ਸਕਦੇ। ਤੁਰਕੀ ਬਾਣੀ ਹੈ, ਬਿਨਾਂ ਕੰਨਾਂ ਤੋਂ ਸੁਣਨ ਵਾਲੀ ਹੈ। ਹੁਣ ਕਹੇ ਜੀ ਹੈ ਜਾਂ ਸੁਣੂਗੀ ਆਪੇ ਪਤਾ ਲੱਗ ਜੂਗਾ। ਉਹਦਾ ਭਰਮ ਬਣਿਆ ਰਹਿੰਦਾ ਜੀ। ਸੰਸਾਰ ਦਾ ਭਰਮ ਦੂਰ ਕਰਦੀ ਹੈ ਬਾਣੀ। ਤਿੰਨ ਲੋਕ ਦਾ ਭਰਮ ਦੂਰ ਕਰਦੀ ਹੈ ਬਾਣੀ। ਗੁਰਬਾਣੀ ਇਹ ਜਿਹੜੀ ਗੁਰਬਾਣੀ, ਇਹਨੂੰ ਬਾਣੀ ਵੀ ਅਸੀਂ ਕਹਿ ਦਿੰਦੇ ਹਾਂ। ਇਹ ਤਿੰਨ ਲੋਕ ਦਾ ਹੀ ਭਰਮ ਦੂਰ ਕਰਦੀ ਹੈ। ਨਾਮ ਤਾਂ ਚੌਥੇ ਲੋਕ ਚੋਂ ਆਉਂਦਾ, ਸੱਚਖੰਡ ਚੋਂ। ਹੁਕਮ ਹੈ ਜਿਹੜਾ, ਹੁਕਮ ਦਾ ਭਰਮ ਨਹੀਂ ਦੂਰ ਕਰਦੀ ਇਹ। ਹੁਕਮ ਦਾ ਜਦ ਅੰਦਰ ਪ੍ਰਗਟ ਹੁੰਦਾ, ਜਦੇ ਪਤਾ ਲੱਗਦਾ ਵੀ ਆਹ ਹੈ। ਤਾਂ ਹੀ ਕਬੀਰ ਕਹਿੰਦੇ ਹੈ ਨਾ, ਕਹਿੰਦੇ ਚਰਨ ਕਮਲ ਕੀ ਮੌਜ ਕੋ। ਜਦ ਹੁਕਮ ਪ੍ਰਗਟ ਹੁੰਦਾ ਨਾ, ਜਾਂ ਉਹਦੀ ਛਤਰ ਛਾਇਆ 'ਚ ਬੈਠਾ ਹੋਵੇ ਕੋਈ, ਉਹਦੇ ਨਾਲ ਜੁੜ ਕੇ ਸੁਰਤ ਸ਼ਬਦ ਨਾਲ ਜੁੜ ਜਾਵੇ। ਕਹੋ ਕੈਸੋ ਅਨੁਮਾਨ। ਹੁਣ ਕੀ ਦੱਸਾਂ ਮੈਂ ਉਹਦੀ ਗੱਲ ਤੁਹਾਨੂੰ। ਗੱਲ ਚੌਥੇ ਲੋਕ ਦੀ ਹੈ, ਤੁਸੀਂ ਤਿੰਨ ਲੋਕ 'ਚ ਖੜੇ ਹੋ। ਕਹਿਵੇ ਕੋ ਸੋਭਾ ਨਹੀਂ। ਮੈਨੂੰ ਚੰਗਾ ਨਹੀਂ ਲੱਗਦਾ ਮੈਂ ਦੱਸਾਂ। ਅਗਲਾ ਕਹੂਗਾ ਕਿੱਡੀਆਂ ਗੱਪਾਂ ਮਾਰਦਾ, ਆਪਣੇ ਆਪ ਨੂੰ ਕੀ ਸਮਝਦਾ ਹੈ। ਮੈਂ ਹੁਣ ਦੱਸਣਾ ਮੇਰਾ ਜੀ ਨਹੀਂ ਕਰਦਾ ਦੱਸਣ। ਦੇਖ ਤੇ ਹੀ ਪ੍ਰਵਾਨ। ਬਸ ਜਿਹੜਾ ਭਾਈ ਦੇਖੂਗਾ ਨਾ ਉਹੀ ਮੰਨੂਗਾ ਇਸ ਗੱਲ ਨੂੰ। ਜੇ ਮੈਂ ਕਹਾਂ ਵੀ ਤਾਂ ਤੁਸੀਂ ਮੰਨਣੀ ਨਹੀਂ। ਇਹ ਗੱਲ ਮੰਨਣ ਵਾਲੀ ਹੈ ਨਹੀਂ। ਤਿੰਨ ਲੋਕ ਸਾਡੇ ਸਾਹਮਣੇ ਨੇ। ਤਿੰਨ ਲੋਕ ਦੀ ਗੱਲ ਕਹੀ ਅਸੀਂ ਮੰਨ ਸਕਦੇ ਹਾਂ। ਤਿੰਨ ਲੋਕ ਸਾਹਮਣੇ ਨੇ ਸਾਡੇ। ਸੰਸਾਰ ਸਾਡੇ ਸਾਹਮਣੇ। ਸੰਸਾਰ ਨੂੰ ਸਮਝਾਇਆ ਜਾ ਸਕਦਾ ਹੈ। ਸੰਸਾਰ ਸਮਝਾਇਆ ਹੋਇਆ ਇਹਦੇ ਵਾਸਤੇ। ਔਰ ਜਿਹੜਾ ਜੀਵ ਆਤਮਾ ਵੀ ਸੰਸਾਰ ਦੇ ਵਿੱਚ ਹੈ। ਸੰਸਾਰ ਦਾ ਹਿੱਸਾ ਹੈ ਜੀਵ ਆਤਮਾ। ਸੰਸਾਰ ਜੀਵ ਆਤਮਾ ਦੇ ਨਾਲ ਹੀ ਹੈ। ਸੰਸਾਰੀ ਜੀਵ ਨਹੀਂ ਹਨ ਭਗਤਾਂ ਦੇ ਸੰਸਾਰੀਆਂ। ਭਗਤ ਵੀ ਵਿੱਚੇ ਨੇ ਅਜੇ ਜਿਹੜੇ ਬੋਲਦੇ ਨੇ, ਪਰ ਵਿੱਚ ਹੁੰਦੇ ਹੋਏ ਵੀ ਵਿੱਚ ਨਹੀਂ ਹਨ ਸੰਸਾਰ ਦੇ। ਇੰਨਾ ਹੀ ਫਰਕ ਹੈ। ਹਰ ਕਾ ਸੇਵਕ
ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਭਾਵੇਂ ਉਹ ਮਾਨਸ ਦੇਹੀ ਦੇ ਵਿੱਚ ਵੀ ਹੈ, ਪਰ ਉਹ ਇਸ ਤਰੀਕੇ ਨਾਲ ਮਾਨਸ ਦੇਹੀ 'ਚ ਨਹੀਂ ਜਿਹੇ ਜਿਹੇ ਸੰਸਾਰੀ ਆਦਮੀ ਜਿਵੇਂ ਹੁੰਦੇ ਨੇ। ਉਹ ਮਾਨਸ ਦੇਹੀ ਦੇ ਅਧੀਨ ਨਹੀਂ, ਮਾਨਸ ਦੇਹੀ ਉਹਦੇ ਅਧੀਨ। ਕੋਈ ਸਰੀਰ ਦੇ ਅਧੀਨ ਹੈ, ਕਿਸੇ ਦੇ ਸਰੀਰ ਅਧੀਨ। ਜਿਹੜਾ ਸਰੀਰ ਵਾਸਤੇ ਭੱਜਿਆ ਫਿਰਦਾ ਸਾਰਾ ਦਿਨ, ਸਰੀਰ ਦੀ ਚਿੰਤਾ ਹੈ, ਉਹਦਾ ਸਰੀਰ ਦੇ ਅਧੀਨ। ਆਪਣੇ ਸਰੀਰ ਦੇ, ਆਪਣੇ ਪੁੱਤ ਪੋਤਿਆਂ ਦੇ ਸਰੀਰ ਦੇ, ਆਪਣੇ ਰਿਸ਼ਤੇਦਾਰਾਂ ਦੇ ਸਰੀਰ ਦੇ, ਆਪਣੀ ਸੰਗਤ ਦੇ ਸਰੀਰ ਦੇ, ਆਪਣੇ ਚੇਲਿਆਂ ਦੇ ਸਰੀਰ ਦੇ, ਇਹ ਆਪਣੀ ਪਾਰਟੀ ਦੇ ਸਰੀਰ ਦੇ ਦੀ ਚਿੰਤਾ ਜਿਹਨੂੰ, ਉਹ ਬੰਦਾ ਸੰਸਾਰੀ ਹੈ। ਉਹ ਸਰੀਰ ਦੇ ਅਧੀਨ ਹੈ, ਮਾਇਆ ਦੇ ਅਧੀਨ ਹੈ। ਚੇਰੀ ਕੀ ਸੇਵਾ ਕਰੇ, ਉਹ ਸੇਵਾ ਸਰੀਰ ਦੀ ਕਰਦਾ। ਸਰੀਰ ਤਾਂ ਸਾਡੀ ਆਗਿਆ 'ਚ, ਇਹਦੀ ਸੇਵਾ ਕਰਦਾ। ਇਹ ਤਾਂ ਸਾਡੀ ਸੇਵਾ ਵਾਸਤੇ ਦਿੱਤਾ ਸੀਗਾ, ਇਹ ਸਾਨੂੰ ਦਿੱਤਾ ਸੀ ਸਾਡੀ ਸੇਵਾ ਵਾਸਤੇ, ਵੀ ਤੁਸੀਂ ਤਰੱਕੀ ਕਰਕੇ ਸੱਚਖੰਡ ਆ ਜਾਓ। ਸਕੂਟਰ ਜਾਂ ਕਾਰ ਸਾਡੀ ਸੇਵਾ ਵਾਸਤੇ, ਅਸੀਂ ਉਹਦੀ ਸੇਵਾ ਵਾਸਤੇ। ਤੁਰ ਕੇ ਜਾਣਾ ਅਸੀਂ, ਹੁਣ ਉਹਨੂੰ ਚੱਕ ਕੇ ਜਾਣਾ ਹੈ ਕਿ ਤੁਸੀਂ ਉਹਦੇ ਬਹਿ ਕੇ ਜਾਣਾ? ਜੇ ਤਾਂ ਉਹਦੀ ਸੇਵਾ ਕਰਨੀ ਫਿਰ ਤਾਂ ਉਹਨੂੰ ਚੱਕੀ ਫਿਰੋ, ਜੋ ਤੋਂ ਸੇਵਾ ਲੈਣੀ ਤਾਂ ਆਪ ਸਵਾਰੀ ਕਰੋ। ਜਿਹੜੇ ਸਰੀਰ ਦੇ ਅਧੀਨ ਨੇ ਉਹਨਾਂ ਨੂੰ ਸਰੀਰ ਦੀ ਚਿੰਤਾ, ਸਰੀਰ ਚੱਕਿਆ ਹੋਇਆ ਉਹਨਾਂ ਨੇ ਆਪਣੇ ਸਿਰ ਤੇ। ਜਿਹੜੇ ਸਰੀਰ ਦੇ ਅਧੀਨ ਨਹੀਂ ਹਨ, ਉਹ ਸਰੀਰ ਦੇ ਉੱਤੇ ਸਵਾਰੀ ਕਰਕੇ ਕੰਮ ਕਰਦੇ ਨੇ, ਉਹਨਾਂ ਨੂੰ ਸਰੀਰ ਨੇ ਚੱਕਿਆ ਹੋਇਆ। ਤੇਲ ਪਾਣੀ ਜ਼ਰੂਰ ਪਾਉਣਾ ਪਊਗਾ। ਜੇ ਤੁਸੀਂ ਸਕੂਟਰ ਚੱਕ ਕੇ ਲਿਜਾਉਣਾ, ਤੇਲ ਪਾਣੀ ਦੀ ਲੋੜ ਨਹੀਂ। ਪਰ ਤੇਲ ਪਾਣੀ ਫਿਰ ਵੀ ਮੰਗਦਾ। ਜਿਹੜੇ ਸਰੀਰ ਦੇ ਅਧੀਨ ਜਿਉਂਦੇ ਨੇ, ਉਹਨਾਂ ਕਿਹਾ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਢਗੌਰੀ ਪਾਏ। ਉਹ ਮਾਇਆ ਦੇ ਦੀਵਾਨੇ ਨੇ, ਸੱਚ ਦੇ ਦੀਵਾਨੇ ਨਹੀਂ ਹੈ, ਝੂਠ ਦੇ ਦੀਵਾਨੇ। ਝੂਠ ਠਗੌਰੀ ਭਾਈ, ਝੂਠ ਦੀ ਠਗੌਰੀ ਦੇ ਵਿੱਚ ਠੱਗੇ ਗਏ। ਉਹਨਾਂ ਨੂੰ ਦੁਨੀਆ ਦਾ ਫਿਕਰ ਹੈ, ਸੰਸਾਰ ਦਾ ਫਿਕਰ ਹੈ, ਪਰ ਭਗਤਾਂ ਨੂੰ ਆਪਣਾ ਫਿਕਰ ਹੈ। ਸਭਨਾ ਆਪੋ ਆਪਣੀ, ਮੈਂ ਆਪਣੀ। ਉਹ ਸਰੀਰ ਦੀ ਨਹੀਂ ਉਹਨਾਂ ਨੂੰ ਚਿੰਤਾ, ਕਿਉਂਕਿ ਸਰੀਰ ਦੀ ਚਿੰਤਾ ਤਾਂ ਪਰਮੇਸ਼ਰ ਨੂੰ ਹੈ ਜਿਹਨੇ ਪੈਦਾ ਕੀਤਾ ਹੈ। ਅਸਲ 'ਚ ਗੱਲ ਇਹ ਹੈ। ਜਦ ਮੇਰਾ ਹੈ ਹੀ ਨਹੀਂ, ਮੈਨੂੰ ਕਾਹਦੀ ਚਿੰਤਾ? ਜਿੰਨਾ ਚਿਰ ਵਾਸਤੇ ਉਹਨੇ ਦਿੱਤਾ, ਉਹਨਾਂ ਚਿਰ ਵਾਸਤੇ ਸਹੀ ਸਲਾਮਤ ਰੱਖਣਾ ਉਹਦੀ ਡਿਊਟੀ ਹੈ। ਇਹ ਬਿਲਕੁਲ ਸਾਡਾ ਭਰਮ ਹੈ ਵੀ ਮੇਰੀ ਡਿਊਟੀ ਹੈ। ਮੇਰੀ ਡਿਊਟੀ ਕਿਸੇ ਹੱਦ ਤੱਕ ਹੈ। ਮੂਹਰੇ ਤੇ ਕਾਰ ਆਉਂਦੀ ਹੈ, ਪਾਸੇ ਹੋਣਾ, ਇਹ ਗੱਲ ਹੋਰ ਹੈ। ਪਾਸੇ ਹੋਣ ਦੀ ਪ੍ਰੇਰਨਾ ਵੀ ਉਹੀ ਦਿੰਦਾ ਅੰਦਰੋਂ, ਤਾਂ ਹੀ ਦਿੰਦਾ ਨਾ, ਤਾਂ ਹੀ ਪਾਸੇ ਹੁੰਦਾ ਹੈ। ਪਾਸੇ ਤੇ ਉਹ ਪਾਸੇ ਕਰਨ ਵਾਲੀ ਸ਼ਕਤੀ ਸਰੀਰ ਨੂੰ ਵੀ ਉਹਦੀ ਉਹ ਸ਼ਕਤੀ ਹੈ, ਤੇਰੀ ਨਹੀਂ। ਉਹ ਸ਼ਕਤੀ ਵੀ ਉਸੇ ਦੀ ਦਿੱਤੀ ਹੋਈ ਹੈ। ਬਸ ਇੱਥੇ ਹੀ ਭਰਮ ਹੈ ਸਾਰਾ। ਇਹ ਸਭ ਕੁਛ ਸਰੀਰ ਦਾ ਉਹਨੂੰ ਫਿਕਰ ਹੈ। ਜਦ ਗਰਭ 'ਚ ਸੀ, ਜਦ ਕਿਹਨੂੰ ਫਿਕਰ ਸੀ ਭਾਈ ਸਰੀਰ ਦਾ? ਪ੍ਰਭ ਭਾਵੇ ਬਿਨ ਸਾਸ, ਉੱਥੇ ਸਾਹ ਨਹੀਂ ਸੀ ਉਹਦਾ, ਤਾਂ ਤੇਰੀ ਰੱਖਿਆ ਕਰ ਲਈ। ਉੱਥੇ ਸੈਲ ਪੱਥਰ ਮੇ ਜੰਤੋ ਪਾਏ ਤਾ ਕਾ ਰਿਜ਼ਕ ਆਗੇ। ਕੀ ਲੋੜ ਸੀ ਇਹਨਾਂ ਗੱਲਾਂ ਲਿਖਣ ਦੀ? ਸਰੀਰ ਦਾ ਫਿਕਰੇ ਛੜਾਇਆ ਸੀ ਇਹ ਗੱਲਾਂ ਲਿਖ ਕੇ। ਇਹ ਜਿਹੜੀ ਅਸੀਂ ਚਿੰਤਾ ਮੱਲੋ ਮੱਲੀ ਸਿਰ ਤੇ ਰੱਖੀ ਹੋਈ ਹੈ, ਸਰਬ ਕੀ ਚਿੰਤਾ ਜਿਸ ਮਨ ਮਾਹੈ ਤਿਸ ਤੇ ਬਿਰਥਾ ਕੋਈ ਨਾ ਹੈ।
ਇਹਦਾ ਕਹਿਣ ਦਾ ਕੀ ਫਾਇਦਾ ਸੀ? ਪਤਾ ਸੀ ਨਾ ਵੀ ਜਿਹੜਾ ਪ੍ਰਚਾਰ ਹੋਇਆ ਹੋਇਆ, ਜਿਹੜੀਆਂ ਮੱਤਾਂ ਦਾ ਮਾਇਆ ਧਾਰੀਆਂ ਦੀਆਂ ਦਾ, ਇਹਨਾਂ ਨੇ ਜੋੜ ਤੇ ਇਹਦੇ ਨਾਲ ਸਰੀਰ ਨਾਲ ਜੋੜਨ ਵਾਲਾ ਜਿਹੜਾ ਧਰਮ ਹੈ ਉਹਨੂੰ ਕਹਿੰਦੇ ਨੇ ਸਟੇਟ ਧਰਮ, ਰਾਜ ਧਰਮ, ਰਾਜੇ ਦਾ ਧਰਮ, ਵਿਸ਼ਨੂੰ ਦਾ ਧਰਮ, ਆ ਸਰਕਾਰ ਦਾ ਧਰਮ ਹੈ। ਇੱਧਰ ਜੋੜ ਲਓ ਸਰੀਰ ਦਾ, ਤਰੱਕੀ ਕਰੋ, ਪੜ੍ਹੋ ਲਿਖੋ, ਪੈਸੇ ਕਮਾਓ, ਟੈਕਸ ਦਿਓ, ਉਹਨਾਂ ਨੂੰ ਇਹ ਤਾਂ ਫਾਇਦਾ। ਉਹਨਾਂ ਦਾ ਧਰਮ ਹੈ, ਦਰਗਾਹ ਦਾ ਧਰਮ ਹੈ। ਉਹ ਕਹਿੰਦੇ ਨੇ ਗਿਆਨ ਕਮਾਓ, ਮਾਇਆ ਵਿੱਚ ਉਦਾਸੀ ਰਹੋ, ਘਰ ਆਓ ਆਪਣੇ ਵਾਪਸ। ਇਹ ਕਹਿੰਦੇ ਨੇ ਇੱਥੇ ਰਹੋ। ਇਹ ਕਦੋਂ ਕਹਿੰਦੀ ਹੈ? ਸਰਕਾਰ ਕਹਿੰਦੀ ਹੈ ਵੀ ਤੁਸੀਂ ਮੁਕਤ ਹੋ ਜਾਓ। ਉਹ ਆਪਣਾ ਧਰਮ ਉਹਨਾਂ ਦਾ ਅੱਡਾ ਹੈ, ਉਹਨਾਂ ਦਾ ਅੱਡਾ ਹੈ। ਸਰਕਾਰ ਕਿਸ ਨੂੰ ਕਹਿੰਦੀ ਹੈ ਮੁਕਤ ਹੋ ਜਾਓ? ਸਰਕਾਰ ਕਹਿੰਦੀ ਹੈ ਮਾਇਆ ਵਿੱਚ ਉਦਾਸੀ ਹੋ ਜਾਓ। ਇਹ ਹੋਰ ਧਰਮ ਹੈ, ਹੋਰ ਧਰਮ ਹੈ। ਵਿਸ਼ਨੂੰ ਧਰਮ ਹੋਰ ਹੈ। ਇਸ ਕਰਕੇ ਨਾਨਕ ਇਹ ਪੰਡਤ ਨੂੰ ਜੇ ਗੱਲ ਕਰਦਾ ਤਾਂ ਇਹ ਕਹਿ ਕੇ ਕਰਦਾ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸੋ ਨਾਮ ਨ ਜਪੋ ਅਭਾਗੇ। ਪਰ ਪੰਡਤ ਦਾ ਨਾਮ ਜਪਦਾ, ਰਾਮ ਰਾਮ ਕਹਿੰਦਾ, ਮਾਲਾ ਫੜੀ ਫਿਰਦਾ, ਲੋਕਾਂ ਨੂੰ ਦਿੰਦਾ ਮਾਲਾ। ਵੈਸ਼ਨੂੰ ਭਗਤ ਨੇ 4 ਮਾਲਾ ਇਕੱਠੀਆਂ ਕਰ ਲਈਆਂ ਉਹਨਾਂ ਨੇ। ਵੈਸ਼ਨੂੰ ਪਿਆ ਤੋਂ ਕਿਆ ਪਿਆ, ਮਾਲਾ ਮੈਲੀ 4, ਹਿਰਦੇ ਰਾਮ, ਰਾਮ ਤਾਂ ਤੇਰੇ ਹਿਰਦੇ ਚ ਅੰਦਰ ਨਾ ਚੇਤਿਓ। ਤੈਨੂੰ ਸਮਝ ਨਹੀਂ ਆਈ? ਤੈਨੂੰ ਪਤਾ ਨਹੀਂ ਲੱਗਿਆ ਵੀ ਤੇਰੇ ਅੰਦਰ ਰਾਮ ਹੈ? ਇਹ ਜਪਣੀ ਕਿਆ ਹੋਏ? ਇਹਦੇ ਨਾਲ ਕੀ ਕਰ ਲੇਗਾ ਤੂੰ? ਜਿਹਨੂੰ ਟੋਲਦਾ ਉਹ ਤਾਂ ਅੰਦਰ ਬੈਠਾ ਤੇਰੇ। ਮਾਲਾ ਤੇ ਕੀ ਕਰਾਉਣਾ? ਅੰਦਰਲੇ ਰਾਮ ਨਾਲ ਸੰਪਰਕ ਕਰਨ ਵਾਸਤੇ ਮਾਲਾ ਦੀ ਕੋਈ ਲੋੜ ਨਹੀਂ। ਅੰਦਰਲੇ ਰਾਮ ਨਾਲ ਸੰਪਰਕ ਕਰਨ ਵਾਸਤੇ ਸਮਾਧੀ ਦੀ ਕੋਈ ਲੋੜ ਨਹੀਂ। ਅੰਦਰਲੇ ਰਾਮ ਨਾਲ ਸੰਪਰਕ ਕਰਨ ਵਾਸਤੇ ਉਹਦੇ ਗਿਆਨ ਦੀ ਲੋੜ ਹੈ। ਕਿੱਥੇ ਆ, ਕਿਵੇਂ ਮਿਲੂਗਾ? ਇਹ ਸੋਝੀ ਦੀ ਲੋੜ ਹੈ। ਸੋਝੀ ਪਹਿਲਾਂ ਤਾਂ ਚਿੰਤਾ ਸਰੀਰ ਦੀ ਛੱਡ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਜੇ ਸਰੀਰ ਦੀ ਚਿੰਤਾ ਨਹੀਂ ਛੱਡਦਾ ਤਾਂ ਰਾਮ ਰਤਨ ਨਹੀਂ ਮਿਲਣਾ। ਸਰੀਰ ਦੀ ਚਿੰਤਾ ਤਾਂ ਗਾਂ ਜਾਣੇ ਨਹੀਂ ਦਿੰਦੀ ਅੰਦਰ। ਸਰੀਰ ਬਾਹਰ ਹੈ, ਚਿੰਤਾ ਇਹਦੀ ਖੁਰਾਕ ਬਾਹਰ ਹੈ। ਸਰੀਰ ਬਾਹਰ ਹੈ, ਇਹਦੀ ਖੁਰਾਕ ਵੀ ਬਾਹਰ ਹੈ। ਬਾਹਰੋਂ ਹੀ ਵੇਲ ਨਹੀਂ, ਅੰਦਰ ਕਾ ਜਾਊਗਾ ਇਹ? ਰਾਮ ਨੂੰ ਕਦ ਖੋਜੂ ਜਾ ਕੇ ਅੰਦਰੋਂ? ਫੁਰਸਤ ਨਹੀਂ ਹੈਗੀ। ਬਾਹਰੇ ਕੰਮ ਵਿਗੜਦੇ ਨੇ ਸਾਰੇ, ਬਾਹਰੇ ਸਾਰਾ ਕਾਰੋਬਾਰ ਖੜਿਆ ਹੈ। ਸ਼ਰਤ ਰੱਖਦੀ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਹਦੀ ਚਿੰਤਾ ਛੱਡਦੇ ਸਰੀਰ ਦੀ। ਇਹ ਚਿੰਤਾ ਨਹੀਂ ਤੈਨੂੰ ਉਧਰ ਜਾਣ ਦਿੰਦੀ। ਇਹ ਚਿੰਤਾ ਨਾਲ ਸਰਕਾਰੀ ਧਰਮ ਜੋੜਦਾ ਤੁਹਾਨੂੰ। ਬੱਚਿਆਂ ਦੀ ਚਿੰਤਾ ਕਰੋ, ਚੰਗੇ ਸਕੂਲਾਂ 'ਚ ਪੜ੍ਹਾਓ, ਜੋੜਦਾ ਨਾ ਬਾਹਰ। ਵਿਸ਼ਨੂੰ ਧਰਮ ਗੁਰਮਤਿ ਤੇ ਖਿਲਾਫ ਹੈ। ਵਿਸ਼ਨੂੰ ਧਰਮ ਦਾ ਝੰਡਾ ਬਰਦਾਰ ਪੰਡਤ ਹੈ। ਵਿਸ਼ਨੂੰ ਧਰਮ ਦਾ ਝੰਡਾ ਬਰਦਾਰ ਵਿਦਵਾਨ ਅੱਜ ਦਾ ਵਿਦਵਾਨ ਵੀ ਉਹੀ ਹੈ। ਅੱਜ ਦੀ ਸਰਕਾਰ ਵੀ ਤਾਂ ਹੀ ਯੂਨੀਵਰਸਿਟੀਆਂ ਬਣਾਈਆਂ ਨੇ। ਇਹ ਸਾਰਾ ਹਿੰਦੂ ਮਤ ਵਾਲਾ ਧਰਮ ਹੈ ਜਿਹੜਾ ਯੂਨੀਵਰਸਿਟੀਆਂ 'ਚ ਪ੍ਰਚਾਰ ਹੁੰਦਾ ਹੈ। ਇੱਦੋਂ ਗਾਹਾਂ ਵਿਦਵਾਨ ਨਹੀਂ ਜਾ ਸਕਦਾ। ਵਿਦਵਾਨ ਦੀ ਅਪਰੋਚ ਹੀ ਨਹੀਂ ਇੱਦੋਂ ਗਾਹਾਂ ਜਾਣਦੀ। ਉਹਦੀ ਦ੍ਰਿਸ਼ਟੀ ਉਹ ਨਹੀਂ ਇੱਦੋਂ ਗਾਹਾਂ ਜਾਣਦੀ। ਵਿਦਵਾਨ ਦੀ ਹੋ ਹੀ ਨਹੀਂ ਸਕਦੀ। ਵਿਦਵਾਨ ਦੀ ਦ੍ਰਿਸ਼ਟੀ, ਗੁਰਬਾਣੀ ਦੀ ਦ੍ਰਿਸ਼ਟੀ ਇੱਦੋਂ ਗਾਹਾਂ ਹੈ। ਜਿੱਥੇ ਵਿਦਵਾਨ ਅੜਿਆ ਹੋਇਆ ਉੱਦੋਂ ਗਾਹਾਂ ਗੁਰਬਾਣੀ ਲੈ ਕੇ ਜਾਂਦੀ ਹੈ। ਉਹਨੂੰ ਕਹਿੰਦੇ ਨੇ ਖਾਲ। ਇਹ ਬੱਕਰੀ ਖਾਲ ਨਹੀਂ ਟੱਪਦੀ। ਇੱਕ ਵਾਰ ਖਾਲ ਟੱਪ ਗਈ, ਪਿੱਛੇ ਆਉਣਾ ਮੁਸ਼ਕਲ ਹੈ ਨਾ। ਪੈਰ ਨਹੀਂ ਨਾ ਪਿਆਉਂਦੀ ਇਹ। ਮੈਂ ਘੱਗੇ ਨੂੰ ਕਿਹਾ ਬੱਕਰੀ ਦਾ ਖਾਲ ਨਹੀਂ ਟੱਪਦੀ। ਉਹ ਕਹਿੰਦਾ ਇਹ ਕੀ ਹੈ? ਮੈਂ ਹੁਣ ਤੈਨੂੰ ਮੈਂ ਕੀ ਦੱਸਾਂ, ਬੱਕਰੀ ਖਾਲ ਨਹੀਂ ਟੱਪਦੀ ਹੈ। ਤੇਰੀ ਸੁਰਤ ਕਹਾਂ ਨਹੀਂ ਜਾਂਦੀ ਸਰੀਰ ਤੇ। ਇਹ ਜਿਹੜਾ ਪਾਣੀ ਦਾ ਬੁਲਬੁਲ ਹੈ, ਖਾਲ ਹੈ, ਟੱਪ ਜਾ, ਗਾਂ ਚਲਾ ਜਾ। ਇਹ ਸਰੀਰ ਪਾਣੀ ਹੈ ਨਾ। ਸੰਸਾਰ ਪਾਣੀ ਤੋਂ ਪੈਦਾ ਹੋਇਆ ਨਾ। ਤਿੰਨੇ ਲੋਕ ਟੱਪ ਜਾਈਦਾ ਜਾਂ ਖਾਲ ਟੱਪ ਜਾਈਦਾ ਹੈ। ਇਹ ਜਿਹੜਾ ਨਿਹੰਗ ਸਿੰਘ
ਅਨਪੜ੍ਹ ਸੀ, ਉਹਨਾਂ ਦੀ ਗੱਲ ਬਣਾਈ ਹੋਈ ਹੈ। ਕਹਿੰਦੇ ਬੱਕਰੀ ਖਾਲ ਨਹੀਂ ਟੱਪਦੀ। ਬੱਕਰੀ ਸੁਰਤ ਨੂੰ ਕਹਿੰਦੇ ਨੇ, ਖਾਲ ਤੇ ਨਾ ਲੋਕਾਂ ਨੂੰ ਕਹਿੰਦੇ ਨੇ। ਜਾਂ ਖਾਲ ਟੱਪ ਗਈ ਪਰਲੇ ਪਾਸੇ ਹੈ ਖਾਲ ਦੇ। ਕਹੂ ਨਾ ਪਾਰ ਉਤਾਰ ਚਰਾਵਤ, ਕੈਸੇ ਖਤਮ ਹਮਾਰੇ। ਉਹ ਪਾਰ ਹੈ ਇਸ ਖਾਲ ਤੋਂ। ਉਹ ਖਾਲ ਕਹਿ ਲਓ, ਨਦੀ ਕਹਿ ਲਓ, ਤੁਸੀਂ ਜਮਨਾ ਕਹਿ ਲਓ, ਕੁਛ ਵੀ ਕਹਿ ਲਓ। ਇਹ ਉਦੋਂ ਪਰੇ ਹੈ ਭਾਈ ਸਾਰਾ। ਇਹ ਖੁਰਾਕ ਉਦੋਂ ਪਰੇ ਦੀ ਹੈ। ਨਿਰਾਕਾਰੀ ਦੁਨੀਆ ਇਹ ਦੁਨੀਆ ਤੋਂ ਪਰੇ ਹੈ। ਇਹ ਨਿਰਾਕਾਰੀ ਦੁਨੀਆ ਦੀ ਗੱਲ ਹੈ। ਨਿਰਾਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹਲ। ਜੇ ਜਾਊਗਾ ਪਾਰ ਤਾਂ ਹੀ ਸੁਖ ਮਹਲ ਰਹੂ। ਇਹਦਾ ਖਾਲ ਟੱਪਦੀ ਨਹੀਂ ਬੱਕਰੀ ਤਾਂ। ਉਰਲੇ ਪਾਸੇ ਖੜੇ ਗੱਲਾਂ ਕਰੀ ਜਾਂਦੇ ਨੇ, ਪਰਲੇ ਪਾਸੇ ਦੀਆਂ ਗੱਲਾਂ ਉਰੇ ਖੜੇ ਕਰੀ ਜਾਂਦੇ। ਉਰਲੇ ਪਾਸੇ ਪਤਾ ਕੁਛ ਨਹੀਂ। ਪਤਾ ਕੁਛ ਨਹੀਂ। ਵਿਦਵਾਨ ਜਿਹੜਾ ਹੁੰਦਾ ਹੈ ਵਿਦਿਆ ਵੇਚਦਾ ਹੁੰਦਾ ਹੈ। ਵਿਦਵਾਨ ਇਸ ਕਰਕੇ ਕੋਈ ਵੀ ਵਿਦਿਆ ਪੜ੍ਹਦਾ ਹੁੰਦਾ ਹੈ, PhD ਕਰਦਾ ਹੁੰਦਾ। ਉਹਨੇ ਕੋਈ ਨੌਕਰੀ ਲੈਣੀ ਹੁੰਦੀ, ਯੂਨੀਵਰਸਿਟੀ ਦੇ ਵਿੱਚ ਲੈਣੀ ਹੋਵੇ ਜਾਂ ਕਿਤੇ ਵੀ ਲੈਣੀ ਹੋਵੇ, ਕੋਈ ਅਹੁਦਾ ਲੈਣਾ ਹੁੰਦਾ। ਉਹਦੀ ਵਿਦਿਆ ਦਾ ਕਾਰਨ ਉਹਦੇ ਢਿੱਡ ਦੀ ਭੁੱਖ ਹੁੰਦੀ ਹੈ। ਉਦਰ ਪੂਰਤੀ ਤੋਂ ਜ਼ਿਆਦਾ ਕੁਛ ਨਹੀਂ ਹੁੰਦਾ। ਤੇ ਜਿਹਦਾ ਬੇਸ ਇਹ ਹੈ ਉਦਰ ਪੂਰਤੀ, ਸਿਰਫ ਰੋਜੀ ਰੋਟੀ। ਤੁਸੀਂ ਉਹਦਾ ਧਰਮ ਦੀ ਆਸ ਕਿਵੇਂ ਕਰ ਸਕਦੇ ਹੋ? ਧਰਮ ਦੀ ਆਸ ਉਹ ਤੇ ਕਰਨੀ ਮੂਰਖਤਾਈ ਤੋਂ ਸਿਵਾ ਕੁਛ ਨਹੀਂ। ਧਰਮ ਦੀ ਆਸ ਉਹ ਤੋਂ ਕਰੋ ਜਿਹੜਾ ਇਹ ਤੋਂ ਗਾਂਹ ਲੰਘ ਗਿਆ। ਹੁਣ ਬਾਕੀ ਰਹਿ ਗਏ ਡੇਰੇ। ਕਬੀਰ ਜਾਂ ਰਵਿਦਾਸ ਜਾਂ ਕੋਈ ਵੀ ਭਗਤ ਜਿੰਨੇ ਹੋਏ ਨੇ, ਜੇ ਉਹਨਾਂ ਦੇ ਝਾਤ ਮਾਰੀਏ ਪਿੱਛੇ ਜੀਵਨ ਵੱਲ, ਕਿਸੇ ਡੇਰੇ ਤੇ ਕੋਈ ਭਗਤ ਨਹੀਂ ਸੀ ਰਹਿੰਦਾ। ਸਿਰਫ ਇੱਕ ਕਬੀਰ ਦੇ ਜਿਹੜਾ ਸਵਾਮੀ ਰਾਮਾਨੰਦ ਹੈ, ਜਿਹਨੇ ਕਹਿੰਦੇ ਨੇ ਕਬੀਰ ਨੂੰ ਮਾਲਾ ਦਿੱਤੀ ਹੈ, ਉਹ ਵੀ ਕੋਈ ਖਾਸ ਨਹੀਂ ਸੀ। ਵੈਸੇ ਉਹ ਸਿਆਣਾ ਕਰਕੇ, ਚੰਗਾ ਕਰਕੇ, ਉੱਚੀ ਅਵਸਥਾ ਵਾਲਾ ਬੰਦਾ ਸੀ। ਉਹਨੂੰ ਲੋਕ ਮੰਨਦੇ ਸੀ, ਉੱਚੀ ਅਵਸਥਾ ਸੀ ਉਹਦੀ। ਲੋਭ ਉਹ ਤੋਂ ਉੱਪਰ ਸੀ। ਇਸੇ ਕਰਕੇ ਕਬੀਰ ਦੀ ਗੱਲ ਉਹਨੂੰ ਸਮਝ ਵੀ ਆ ਗਈ। ਉਹਦਾ ਇੱਕ ਸ਼ਬਦ ਵੀ ਹੈ, ਉਹਦੇ 'ਚ ਉਹ ਗੱਲ ਨਹੀਂ ਸੀ ਚਿੰਬੜਨ ਵਾਲੀ, ਸੋਝੀ ਹੈ ਨਹੀਂ ਸੀ। ਇਮਾਨਦਾਰੀ ਨਾਲ ਸੰਤੋਖ ਤੱਕ ਪਹੁੰਚਿਆ ਹੋਇਆ ਬੰਦਾ ਸੀ ਉਹ। ਜੇ ਨਾ ਹੁੰਦਾ ਇਮਾਨਦਾਰ ਤਾਂ ਕਬੀਰ ਦੀ ਗੱਲ ਨਹੀਂ ਸੀ ਮੰਨਣੀ ਉਹਨੇ। ਗੱਲ ਗੁਰਬਾਣੀ ਦੀ ਉਹ ਬੰਦਾ ਜਿਹਦਾ ਅੰਦਰੋਂ ਇਮਾਨਦਾਰ ਹੋਵੇ। ਜਿਹੜਾ ਅੰਦਰੋਂ ਇਮਾਨਦਾਰ ਨਹੀਂ, ਗੁਰਬਾਣੀ ਦੀ ਗੱਲ ਪਿਆ ਸੁਣੀ ਜਾਵੇ, ਉਹਨੇ ਮੰਨਣੀ ਬਿਲਕੁਲ ਨਹੀਂ। ਇੱਥੇ ਇਮਾਨ ਜਿਹੜਾ ਹੈਗਾ ਨਾ, ਮੁਸਲਮਾਨ ਨੂੰ ਤਾਂ ਹੀ ਚੰਗਾ ਕਿਹਾ। ਮੁਸਲਮਾਨ ਇਮਾਨ ਤੇ ਖੜਾ ਹੈ। ਜੇ ਇਮਾਨ ਹੈ ਤਾਂ ਸੋਨਾ ਹੈ। ਇਮਾਨ ਇੱਕ ਡਿਗਰੀ ਹੈ, ਉਹ ਸੱਚਾ ਹੈ। ਬਸ ਫਿਰ ਉਹਦਾ ਗਾਹਾਂ ਕੀ ਕਰਨਾ, ਉਹਨੇ ਉੱਗਣਾ ਹੀ ਹੈ। ਉਹਨੂੰ ਉੱਗਣ ਦੀ ਵਿਧੀ ਉਹ ਦੱਸਣੀ। ਜੋ ਗੁਰਬਾਣੀ ਨੇ ਕੰਮ ਕਰਨਾ ਸੀ ਨਾ, ਗੁਰਬਾਣੀ ਨੇ ਉਹਦਾ ਹੋਇਆ। ਜਿੱਤ ਦੁਆਰੇ ਉਭਰੇ ਤੇ ਉਭਾਰਨੇ ਵਾਲੇ ਦੁਆਰੇ ਸਾਰੇ ਹੀ ਨਹੀਂ। ਉਹਦਾ ਡੇਰਾ ਸੀ ਕਰਨਾ। ਡੇਰਾ ਤਾਂ ਖੈਰ ਨਹੀਂ ਉਹਨੂੰ ਕਹਿ ਸਕਦੇ। ਉਹਦੇ ਡੇਰੇ ਤੇ ਵੈਸੇ ਉਹ ਇੱਕ ਐਸ ਕਿਸਮ ਦਾ ਸੀ ਜਿਵੇਂ ਉਹਨੇ ਮੰਦਰ ਵੀ ਨਹੀਂ ਬਣਾਇਆ ਕੋਈ। ਕਿਉਂਕਿ ਮੈਨੂੰ ਉਹਦੀ ਹਿਸਟਰੀ ਬਾਰੇ ਤਾਂ ਚਾਹੇ ਨਹੀਂ ਪਤਾ, ਪਰ ਗੁਰਬਾਣੀ 'ਚੋਂ ਸਾਨੂੰ ਹਿਸਟਰੀ ਦਾ ਪਤਾ ਲੱਗਦਾ। ਜਦੋਂ ਲਿਖਦਾ ਇੱਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋ ਆ ਬਹੁਤ ਸੁਗੰਧ, ਪੂਜਨ ਚੱਲੀ ਬ੍ਰਹਮ ਠਾਏ।
ਗੁਰਬ੍ਰਹਮ ਬਤਾਇਓ ਮਨੀਮਾ। ਇਹਦਾ ਮਤਲਬ ਕਿਸੇ ਮੰਦਰ ਚੱਲਿਆ ਸੀ, ਮੰਦਰ ਉਹਦਾ ਆਪਣਾ ਨਹੀਂ ਸੀ। ਜਿਵੇਂ ਲੋਕ ਜਾਂਦੇ ਸੀ ਉਵੇਂ ਮੰਦਰ ਚੱਲਿਆ ਸੀ, ਉਹ ਘਰ 'ਚ ਰਹਿੰਦਾ ਸੀ ਆਪਣੇ। ਜੇ ਮੰਦਰ ਹੁੰਦਾ ਉਹਦਾ ਉੱਥੇ ਤਾਂ ਇਹ ਸ਼ਬਦ ਕਿਉਂ ਲਿਖਦਾ? ਉਹਦਾ ਵੀ ਨਹੀਂ ਸੀ ਨਾ, ਡੇਰਾ ਡੇਰੇ ਵਾਲੇ ਤਾਂ ਗੁਰਦੁਆਰਾ ਆਪਣਾ ਬਣਾਉਣਗੇ, ਡੇਰੇ ਵਾਲੇ ਦਾ ਮੰਦਰ ਆਪਣਾ ਬਣਾਉਣਗੇ, ਉਹ ਤਾਂ ਆਮਦਨ ਦਾ ਸਾਧਨ ਬਣਾਉਣਗੇ ਨਾ ਉੱਥੇ। ਇਸ ਕਰਕੇ ਜਦੋਂ ਕਬੀਰ ਆਇਆ ਵਾਪਸ, ਸਿਰਫ ਇੱਕ ਆਦਮੀ ਉਹ ਜਿਹਨੇ ਉਹਦੀ ਕਬੀਰ ਦੀ ਗੱਲ ਮੰਨ ਲਈ। ਉਹਦਾ ਸ਼ਬਦ ਆ ਗਿਆ ਨਾ ਆਪਣੇ ਕੋਲ, ਗੁਰਬਾਣੀ ਸ਼ਬਦ ਹੈ, ਸਾਡੇ ਕੋਲ ਸਬੂਤ ਹੈ। ਉਹਨੇ ਗੱਲ ਮੰਨੀ, ਉਹਨੇ ਕਿਹਾ ਹਾਂ ਗੱਲ ਠੀਕ ਹੈ, ਅਪਣਾ ਵੀ ਲਈ, ਸਮਝ ਵੀ ਗਿਆ, ਔਰ ਉਸ ਅਵਸਥਾ ਨੂੰ ਪਹੁੰਚ ਵੀ ਗਿਆ। ਰਾਮਾਨੰਦ ਦਾ ਇੱਕ ਸ਼ਬਦ ਹੈਗਾ ਆਪਣੇ ਕੋਲ। ਡੇਰਿਆਂ 'ਚੋਂ ਜਾਂ ਸੰਸਥਾਵਾਂ 'ਚੋਂ ਕੋਈ ਅੱਜ ਤਾਈਂ ਭਗਤ ਪੈਦਾ ਨਹੀਂ ਹੋਇਆ। ਡੇਰਿਆਂ 'ਚੋਂ ਨਹੀਂ ਪੈਦਾ ਹੋਇਆ, ਸਕੂਲਾਂ 'ਚੋਂ ਪੈਦਾ ਹੋਇਆ। ਇਸ ਗੱਲ ਕਿ ਗੁਰੂ ਘਰ ਨੇ ਡੇਰਾ ਔਰ ਮੰਦਰ ਨਹੀਂ ਕਿਹਾ, 4 ਸਾਲ ਕਹੀ ਹੈ ਗੁਰੂ ਦੀ। ਕਿਉਂ ਡੇਰਾ ਔਰ ਮੰਦਰ ਕਿਉਂ ਨਹੀਂ ਕਿਹਾ, 4 ਸਾਲ ਕਿਉਂ ਕਹੀ ਹੈ? 4 ਸਾਲ ਹੁੰਦੀ ਹੈ ਜਿੱਥੇ ਸਟੱਡੀ ਕਰਾਉਣੀ ਹੈ। 4 ਸਾਲ ਸਕੂਲ ਨੂੰ ਕਹਿੰਦੇ ਨੇ, ਜਿੱਥੇ ਸਿੱਖ ਚਾਟੜਾ ਕਹਿੰਦੇ ਨੇ, ਚਾਟੜਾ ਸਿੱਖ ਨੂੰ, ਸਟੂਡੈਂਟ ਵੀ ਨਹੀਂ ਹੁੰਦਾ ਅਸਲ 'ਚ। ਜਿਹਨੂੰ ਨਾਮ ਦਾ ਰਸ ਲਾ ਦਈਏ, ਸਵਾਦ ਲਾ ਦਈਏ, ਚਾਟ ਲਾ ਦਈਏ, ਕਹਿੰਦੇ ਚਾਟ ਤੇ ਲਾਤਾ। ਉਹਦਾ ਮਾਇਆ ਦਾ ਜਿਹੜਾ ਸਵਾਦ ਹੈ ਨਾ, ਕੌੜੀ ਲੱਗਦੀ ਸੀ ਜਿਹੜੀ ਮਾਇਆ, ਮਿੱਠੀ ਲੱਗਦੀ ਸੀ, ਸੱਚ ਕੌੜਾ ਲੱਗਦਾ ਤਾ, ਉਹਨੂੰ ਸੱਚ ਮਿੱਠਾ ਲੱਗਣ ਲਾਤਾ, ਟੇਸਟ ਬਦਲਤਾ। ਉਹਨੂੰ 4 ਸਾਲ ਕਹਿੰਦੇ ਨੇ, ਚਾਟੜਾ ਕਹਿੰਦੇ ਨੇ, ਜਿਹੜਾ ਚਾਟ ਤੇ ਲੱਗ ਜਵੇ, ਸੱਚ ਦੀ ਚਾਟ ਤੇ ਲਾਤਾ ਉਹਨੂੰ। ਸਕੂਲ ਵੀ ਹੋਰ ਗੱਲ ਹੈ, ਥੱਲੇ ਦੀ ਗੱਲ ਹੈ। ਸਕੂਲ 4 ਸਾਲ ਹੈ, ਸੰਗਤ ਦੇ ਵਿੱਚ ਉਹਦਾ ਸੁਭਾਅ ਬਦਲਤਾ, ਟੇਸਟ ਹੀ ਬਦਲਤਾ। ਇਸ ਕਰਕੇ 4 ਸਾਲ ਰੱਖਿਆ ਨਾ ਮੰਦਰ ਰੱਖਿਆ। ਜੇ ਅੱਜ ਅਸੀਂ ਗੁਰਦੁਆਰੇ ਡੇਰੇ ਬਣਾ ਲਏ ਤਾਂ ਉੱਥੋਂ ਪੈਦਾ ਵੀ ਕੀ ਹੁੰਦਾ ਦੇਖ ਲਓ। 4 ਸਾਲ ਨਹੀਂ ਬਣਾਈ, 4 ਸਾਲ ਬਦਲ ਕੇ ਅਸੀਂ ਕੁਝ ਹੋਰ ਬਣਾਇਆ ਨਾ, ਫਿਰ ਉੱਥੋਂ ਨਿਕਲਿਆ ਕੀ ਹੁਣ ਉਹ ਵੀ ਦੇਖੋ। ਨਿਕਲ ਕੀ ਰਿਹਾ ਉੱਥੋਂ? ਗੁਰਮਤਿ ਦਾ ਵਿਰੋਧ ਨਿਕਲ ਰਿਹਾ ਉੱਥੋਂ। ਗੁਰਮਤਿ ਦਾ ਵਿਰੋਧ ਨਿਕਲ ਰਿਹਾ। ਉਹ ਲੋਕ ਝੰਡੇ ਲਈ ਖੜੇ ਨੇ ਗੁਰਮਤਿ ਦੇ ਖਿਲਾਫ। ਜੋ ਕੰਮ ਵਿਰੋਧੀਆਂ ਨੇ ਕਰਨਾ ਸੀ ਉਹ ਆਪ ਕਰ ਰਹੇ ਨੇ। ਮੰਨਦੇ ਨੇ ਵੀ ਬੇਰੀ ਦੀ ਪੂਜਾ ਹੁੰਦੀ ਹੈ, ਗੁਰਮਤਿ ਦੇ ਖਿਲਾਫ ਹੈ, ਪਰ ਸੰਗਤ ਨਾਰਾਜ਼ ਹੋ ਜੂ ਜੇ ਬੇਰੀ ਪੱਟਤੀ। ਸੰਗਤ ਦੀ ਲੋੜ ਹੈ, ਗੁਰੂ ਦੀ ਲੋੜ ਨਹੀਂ ਹੈ। ਸੰਗਤ ਦੀਆਂ ਵੋਟਾਂ ਨੇ, ਸੰਗਤ ਦੇ ਸਿਰ ਤੇ ਉਹਨਾਂ ਦੀ ਕੁਰਸੀ ਹੈ, ਸੰਗਤ ਦੇ ਸਿਰ ਤੇ ਚੜਾਵਾ ਹੈ, ਸੰਗਤ ਦੇ ਸਿਰ ਤੇ ਰੋਟੀ ਹੈ। ਸੰਸਾਰੀ ਨੇ ਲੋਕ, ਨਿਰਾਕਾਰੀ ਨਹੀਂ ਹੈ। ਮਾਇਆ ਦੇ ਉੱਤੇ ਡਿਪੈਂਡੈਂਟ ਹੋ ਗਏ। ਚੇਰੀ ਕੀ ਸੇਵਾ ਕਰੇ ठाकुर नहीं दिसे। माया के देवाने प्राणी झूठ ठगौरी। सारिया पंक्तियां इशारा उन्होंने वाल करनी, उन्होंने वाल उंगली कर रही ने। अज गुरबाणी दियां जिहड़े ने पंक्तियां उन्होंने वाल उंगली कर रही ने। साडे घर वाल साडे हैड जिथे काबे तो ही कुफर पैदा होने लग जाए जे काबे तो ही कुफर फैलन लग जाए फिर की हो? फिर काबे के खिलाफ बगावत हो। और की हो? और की हो? कुफर के खिलाफ जे बगावत करनी है तो काबे के खिलाफ बगावत है। फिर इनू काबे के खिलाफ बगावत मन्निया जाऊगा जे कुफर के खिलाफ बगावत करनी है। पर गल सच दी चाहिए है, एवं नहीं चाहिए
ਜਿਵੇਂ ਲੋਕ ਨਿੰਦਿਆ ਜ਼ਿਆਦਾ ਕਰਦੇ ਨੇ ਗੱਲ ਦੱਸਦੀ, ਠੋਸ ਗੱਲ ਕੋਈ ਨਹੀਂ ਕੋਲ। ਠੋਸ ਗੱਲ ਦੱਸੋ, ਤੁਸੀਂ ਗੁਰਬਾਣੀ ਆ ਕਹਿੰਦੀ ਹੈ, ਤੁਸੀਂ ਕਿਉਂ ਨਹੀਂ ਕਰਦੇ? ਇਹ ਇਹਦੇ ਅਰਥ ਬਹਿ ਕੇ ਦੱਸੋ ਵੀ ਇਹ ਹੈ ਜੀ। ਕਾਲੇ ਅਫਗਾਨੇ ਨੇ ਬਥੇਰਾ ਰੌਲਾ ਪਾਇਆ, ਜਾਂ ਕਾਲੇ ਅਫਗਾਨੇ ਨੂੰ ਕਿਹਾ, ਫਿਰ ਆਪ ਕਾਹਤੇ ਨਹੀਂ ਆਇਆ ਸਮਝਣ? ਉਹ ਤਾਂ ਕਹਿੰਦਾ ਸੀ ਮੈਨੂੰ ਕੋਈ ਗੁਰਮੁਖ ਸਮਝਾਓ, ਫਿਰ ਕਿਉਂ ਨਹੀਂ ਆਇਆ ਸਮਝਣ? ਨਾ ਜਵਾਬ ਦਿੱਤਾ ਉਸ ਗੱਲ ਦਾ, ਨਾ ਸਮਝਣ ਆਇਆ ਦੁਬਾਰਾ। ਕਹਿੰਦੇ ਜੇ ਮੈਂ ਗੱਲ ਤਾਂ ਮੈਨੂੰ ਕੋਈ ਸਮਝਾ ਦਿਓ। ਜਦੋਂ ਦੇ ਉਹਨੂੰ ਸਮਝਾਤਾ ਵੀ ਇਹ ਤੈਨੂੰ ਸਮਝ ਨਹੀਂ ਹੈ ਗੁਰਬਾਣੀ ਦੀ, ਫਿਰ ਉਹ ਚਰਚਾ ਕਰਨ ਨੂੰ ਨਹੀਂ ਆਇਆ। ਮੈਂ ਵੀ ਚੰਡੀਗੜ੍ਹ ਗਿਆ, ਫਿਰ ਉਹ ਮੂਹਰੇ ਨਹੀਂ ਆਇਆ। ਅਸਲ ਦੇ ਵਿੱਚ ਉਹ ਆਪ ਆਦਮੀ ਮਹਾਂ ਝੂਠੇ ਨੇ। ਉਹ ਨਿੰਦਿਆ ਕਰਦੇ ਸੀ, ਉਹ ਇਸੇ ਕਾਬਲੇ ਸੀ, ਕੱਢ ਦੇਣੇ ਚਾਹੀਦੇ ਸੀ, ਪੰਥ ਚੋਂ ਖਾਰਜ ਕਰ ਦੇਣੇ ਚਾਹੀਦੇ ਸੀ। ਕੀ ਠੋਸ ਗੱਲ ਹੈ ਜਿਹੜੀ ਹੁਣ ਵੀ ਕਰਦਾ ਉਹਦੇ ਕੋਲ? ਜਿਹੜੇ ਵਿਦਵਾਨ ਉਹ ਲਈ ਫਿਰਦਾ ਹੈ, ਸਾਰੇ ਗੁਰਮਤਿ ਦੇ ਖਿਲਾਫ ਨੇ। ਜੋ ਗੁਰਮਤਿ ਦੇ ਖਿਲਾਫ ਇਤਿਹਾਸ ਪਏ ਨੇ, ਆਪਾਂ ਨੂੰ ਵੀ ਤਾਂ ਪਤਾ। ਉਹ ਚੀਜ਼ਾਂ ਲਿਆਉਂਦਾ ਜਿਹੜੀਆਂ ਗੁਰੂ ਘਰ ਦੇ ਵਿਰੋਧੀਆਂ ਨੇ ਲਿਖੀਆਂ ਹੋਈਆਂ ਨੇ, ਉਹ ਹਾਈਲਾਈਟ ਕਰਦਾ। ਕਰੀ ਜਾਵੇ, ਕੀ ਫਰਕ ਪੈ ਜਾਊਗਾ? ਇਤਿਹਾਸ 'ਚ ਬਥੇਰਾ ਕੁਛ ਪਿਆ। ਜੋ ਚੱਲ ਰਿਹਾ ਹੈ ਠੀਕ, ਉਹਦੀ ਬਜਾਏ ਵਿਰੋਧੀ ਇਤਿਹਾਸ ਕਿਉਂ ਲਿਆ ਰਿਹਾ? ਉਹਦੀ ਨੀਅਤ ਤੇ ਦੇਖੋ, ਉਹਦੀ ਨੀਅਤ ਹੈ ਕੀ? ਉਸ ਬੰਦੇ ਦੀ ਨੀਅਤ ਕੀ ਹੈ? ਨਿਰੰਕਾਰੀ ਉਹਦੇ ਨੇੜੇ ਕਿਉਂ ਹੈ? ਨਿਰੰਕਾਰੀ ਉਹਦੇ ਨੇੜੇ ਕਿਉਂ ਹੈ? ਕੀ ਕਹਿ ਰਿਹਾ? ਕਿਹੜੇ ਕਿਹੜੇ ਇਤਿਹਾਸ ਲਿਆ ਰਿਹਾ? ਕੋਈ ਫਰਕ ਨਹੀਂ ਪੈਣਾ। ਜਸਟੀਫਾਈ ਕਰੇ ਉਹ ਵੀ ਮੈਂ ਠੀਕ ਸੀ ਹੈਗਾ। ਜਿੰਨਾ ਚਿਰ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਹੀਂ ਨਾ ਸਾਨੂੰ ਗਿਆਨ ਹੁੰਦਾ, ਠੀਕ ਰਸਤਾ ਮਿਲਦਾ, ਉਹਨਾਂ ਚਿਰ ਨਾ ਇਤਿਹਾਸ ਦੀ ਗੱਲ। ਇਹਦੇ ਤੇ ਲਿਆ ਕੇ ਤੁਸੀਂ ਇਤਿਹਾਸ ਦੱਸੋ ਵੀ ਆਏ, ਇਹਦੇ ਤੇ ਲਿਆ ਕੇ ਦਸਮ ਗ੍ਰੰਥ ਦੀ ਗੱਲ ਕਰੋ ਵੀ ਆਏ, ਇਹਦੇ ਤੇ ਖੋਟਾ ਕਰਕੇ ਦਿਖਾਓ, ਇਹਦੇ ਹਿਸਾਬ ਨਾਲ ਖੋਟਾ ਕਰਕੇ ਦਿਖਾਓ। ਜਦੋਂ ਗੁਰਬਾਣੀ ਗਰਭ ਦੀ ਗੱਲ ਕਰਦੀ ਹੈ, ਕੀ ਲੋੜ ਸੀ ਇਹ ਗੱਲ ਕਰਨ ਦੀ? 10 ਮਾਸ ਤਾਂ ਉਧਰ ਰੱਖਿਆ। ਜੇ ਪੂਰਾ ਸਮਝਾਉਣਾ ਹੋਵੇ, ਇਹ ਅਸ਼ਲੀਲ ਨਹੀਂ ਹੈਗਾ। ਇਹ ਤਾਂ ਬਿਨਾਂ ਸਰਦਾ ਸੀ। ਕੋਈ ਕਹੇ ਵੀ ਇਹ ਤਾਂ ਬਿਨਾਂ ਸਰਦਾ ਸੀ, ਹੋਰ ਬਥੇਰਾ ਕੁਝ ਕਹਿਣ ਨੂੰ ਸੀ। ਕਿਉਂ ਲਿਖਿਆ ਵੀ ਇਹ? ਤੁਸੀਂ ਜੀਵ ਦੀ ਕਿਵੇਂ ਦੱਸਦੇ ਵੀ ਉਗਰ ਦੇ ਵਿੱਚ ਜੀਵ ਹੈਗਾ? ਉਹ ਇੱਕ ਲੋਕ ਹੈ, ਦੁਆਪੁਰ ਹੈ, ਦੁਆਪਰ ਹੈ। ਤਿੰਨੇ ਲੋਕ ਕਿਵੇਂ ਸਮਝਾਉਂਦੇ ਤੁਸੀਂ? ਇਹ 3 ਲੋਕ ਦੀ ਗੱਲ ਹੈ ਗੁਰਬਾਣੀ। ਜਦੋਂ ਇਹ ਮਾਇਆ 'ਚ ਲਿਪਤ ਹੁੰਦਾ ਹੈ, ਕਿਵੇਂ ਹੁੰਦਾ ਹੈ, ਕਿਵੇਂ ਜੁੜਦਾ ਹੈ, ਹੁਣ ਕਿਵੇਂ ਅਲੱਗ ਹੋਊ? ਵਿਸ਼ਾ ਤਾਂ ਇਹ ਹੈ ਗੁਰਬਾਣੀ ਦਾ। ਉਹਨਾਂ ਨੂੰ ਕੀ ਪਤਾ ਵੀ ਗੁਰਬਾਣੀ ਦਾ ਵਿਸ਼ਾ ਕੀ ਹੈ? ਉਹਨਾਂ ਨੂੰ ਕੋਈ ਨਹੀਂ ਪਤਾ ਗੁਰਬਾਣੀ ਦੇ ਵਿਸ਼ੇ ਦਾ। ਉਹਨਾਂ ਤਾਂ ਆਪਣਾ ਬਣਾਇਆ ਵੀ ਗੁਰਬਾਣੀ ਆ ਕਹਿੰਦੀ ਹੈ। ਗੁਰਬਾਣੀ ਦਾ 3 ਲੋਕ ਵਿਸ਼ਾ। ਕਬੀਰ ਕਹਿੰਦਾ 3 ਲੋਕ ਕੀ ਬਾतें ਕਹੇ। ਪਹਿਲੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ 3 ਲੋਕ ਹੁੰਦੇ ਕੀ ਨੇ। ਜੇ ਦੱਸਣਗੇ 3 ਲੋਕ, ਹਿੰਦੂ ਵਾਲੇ ਦੱਸਣਗੇ। 4 ਪਦਾਰਥ ਦੱਸਣਗੇ, ਹਿੰਦੂ ਵਾਲੇ ਦੱਸਣਗੇ। 4 ਯੁੱਗ ਦੱਸਣਗੇ, ਹਿੰਦੂ ਵਾਲੇ ਦੱਸਣਗੇ। ਤੇ ਉਹ ਤਾਂ ਕਹਿੰਦੇ ਨੇ ਅਸੀਂ ਸਿੱਖ। ਗੁਰਬਾਣੀ ਦਾ 4 ਯੁੱਗ ਨਹੀਂ ਬਣਦੀ। 4 ਯੁੱਗ ਕਲੀਅਰ ਕਰ ਲਓ। ਜੋ ਤਤਗੁਰ ਮਤ ਹੈ 4 ਯੁੱਗ ਕਲੀਅਰ ਕਰਕੇ ਦਿਖਾਉਣ ਮੈਨੂੰ। 3 ਲੋਕ ਕਲੀਅਰ ਕਰਕੇ ਦਿਖਾਉਣ, 4 ਪਦਾਰਥ ਕਲੀਅਰ ਕਰਕੇ ਦਿਖਾਉਣ। ਦੱਸਣ 4 ਪਦਾਰਥ ਕੀ ਹੁੰਦੇ ਨੇ। 1 ਬ੍ਰਹਮਤਾ 2 ਮੂਹੇ, 2 ਬ੍ਰਹਮਤੇ 4, 4 ਬ੍ਰਹਮਤੇ 6 ਮੂਹੇ, 4 ਪੁਰਖ 2 ਨਾਰੇ ਨੂੰ ਕਲੀਅਰ ਕਰਨ ਕੀ ਗੱਲ ਹੈ? ਇਹਦੀ ਵਿਆਖਿਆ ਕਰਕੇ ਦਿਖਾਉਣ ਕੀ ਹੈ। ਇੱਕ ਪੱਤਰ ਪਰ ਉਰਕਟ ਕੁਰਕਟ, ਇੱਕ ਪੱਤਰ ਪਰ ਪਾਣੀ, ਆਸ-ਪਾਸ 5 ਜੋਗੀਆ ਬੈਠੇ, बीच ਨਕਲ। ਇਹਨੂੰ ਕਲੀਅਰ ਕਰਨ ਗੱਲ ਕੀ ਹੈ? ਤਾਂ ਪਤਾ ਲੱਗੂ ਵੀ ਆਹ ਦਾ ਤੁਹਾਨੂੰ ਪਤਾ ਲੱਗ ਗਿਆ ਨਹੀਂ ਲੱਗ ਗਿਆ। ਸਮਝਿਆ ਨਹੀਂ? ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੂ ਨਹੀਂ। ਉਹਨੂੰ ਕਲੀਅਰ ਕਰਨ ਕੀ ਕਿਹਾ ਹੋਇਆ?
ਫੀਲ ਰਬਾਬੀ ਬਲਦ ਪਖਾਵਜ ਕਲੀਅਰ ਕਰਨ ਕੀ ਹੈ। ਕਿੰਨਾ ਕੁਝ ਪਿਆ ਗੁਰਬਾਣੀ ਵਿੱਚ। ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੁੱਝੇ ਬ੍ਰਹਮ ਗਿਆਨੀ ਨੂੰ ਕਲੀਅਰ ਕਰਨ ਕੀ ਹੈ। ਕਰਨ ਕਲੀਅਰ ਇਹਦੇ ਤਾਂ ਇਹਦੇ ਵਿੱਚ ਹੀ ਸਵਾਲ ਨੇ ਸਾਰੇ। ਬੁੱਝੇ ਬ੍ਰਹਮ ਗਿਆਨੀ ਨਾਲ ਲਿਖਤਾ, ਇਹਨੂੰ ਕਲੀਅਰ ਕਰ ਲੈਣਾ ਅਸੀਂ ਸਮਝ ਲਾਂਗੇ ਉਹਨਾਂ ਕੋਲ ਤਾਂ ਤਤ ਗੁਰਮਤ ਹੈਗੀ ਹੈ। ਕੀ ਜਵਾਬ ਹੈ ਉਹਨਾਂ ਦੇ ਕੋਲ? ਜਾਣਦੇ ਨੇ ਉਹ ਸਾਰੇ, ਸਮਝਦੇ ਨੇ, ਪਰ ਜਦੋਂ ਆਦਮੀ ਦਾ ਮਨ ਹਰਾਮੀ ਹੋ ਜਾਵੇ, ਹੁਜਤਾਂ ਹੀ ਕਰਦਾ ਹੁੰਦਾ, ਹੋਰ ਕੀ ਕਰਨੀ ਹੁੰਦੀ ਉਹਨਾਂ ਕੋਲ। ਹੁਜਤਾਂ ਦੇ ਸਿਵਾ ਕੁਛ ਨਹੀਂ ਹੈ। ਉਹਨੇ ਆਪਣੀ ਖੱਲ ਬਚਾਉਂਦੇ ਨੇ। ਨਹੀਂ ਤਾਂ ਕਿਹਾ ਹੀ ਸੀ ਇਹਨਾਂ ਨੂੰ ਵੀ ਭਾਈ ਉਹਨਾਂ ਨੂੰ ਲਿਆਓ ਬੁਲਾਓ। ਆਪਾਂ ਨੇ ਕਿਹਾ ਨਹੀਂ ਜਾ ਕੇ ਵੀ ਦਸੂ ਗ੍ਰੰਥ ਤੇ ਲਿਆਓ, ਚਰਚਾ ਕਰੋ। ਅਸੀਂ ਦੱਸਦੇ ਹਾਂ ਵੀ ਦਸੂ ਗ੍ਰੰਥ ਕੀ ਹੈ, ਕਿਹਦਾ ਲਿਖਿਆ ਹੈ, ਕਿਉਂ ਲਿਖਿਆ ਹੈ। ਉਹ ਸਾਬਤ ਕਰ ਨਹੀਂ ਹੈਗਾ, ਅਸੀਂ ਸਾਬਤ ਕਰਾਂਗੇ ਹੈਗਾ। ਪਰ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਨੇ ਸਾਨੂੰ, ਨਿਰਣਾ ਉਹ ਕਰਨਗੇ। ਕਿਉਂਕਿ ਜੱਜਾਂ ਦੇ ਲੈਵਲ ਦੀ ਗੱਲ ਹੈ। ਜੱਜਮੈਂਟ ਜੋ ਦੇਣੀ ਹੈ ਦੋਹਾਂ ਨੂੰ ਸੁਣ ਕੇ ਜੱਜਮੈਂਟ ਦੇਣੀ। ਜੱਜਮੈਂਟ ਨਹੀਂ ਦੇਣੀ ਦੋਹਾਂ ਤਰ੍ਹਾਂ ਨੂੰ ਸੁਣ ਕੇ। ਜੱਜ ਜੱਜਮੈਂਟ ਦਿੰਦੇ ਹੁੰਦੇ ਨੇ, ਦੂਆ ਕੌਣ ਦੇ ਦੂਗਾ ਜੱਜਮੈਂਟ? ਜੱਜਮੈਂਟ ਦੇ ਦੇਣ, ਫੈਸਲਾ ਹਮੇਸ਼ਾ ਵਾਸਤੇ ਹੋ ਜੂਗਾ। ਉਹਨਾਂ ਨੂੰ ਪਤਾ ਵੀ ਜੇ ਇਹ ਗੱਲ ਹੈ ਸਾਡੇ ਪੱਲੇ ਕੱਖ ਨਹੀਂ ਹੈ। ਸਾਨੂੰ ਲੋਕ ਕਹਿਣਗੇ ਤੁਸੀਂ ਕਾਹਦੇ ਵਾਸਤੇ ਬੈਠੇ ਹੋ, ਇੱਥੇ ਰੋਟੀਆਂ ਖਾਣ ਬੈਠੇ ਹੋ, ਚਲੋ ਛੱਡੋ ਪਰ। ਸਾਨੂੰ ਨਾ ਭਜਾ ਦੇਣ ਇੱਥੇ ਅਕਾਲ ਤਖਤ ਤੋਂ ਲੋਕ। ਉਹ ਵੀ ਨਹੀਂ ਚਾਹੁੰਦੇ ਵੀ ਸੱਚ ਪ੍ਰਗਟ ਹੋ ਜਾਵੇ। ਖਤਰਾ ਉਹਨਾਂ ਨੂੰ ਵੀ ਹੈ, ਉੱਥੇ ਵੀ ਝੂਠੇ ਹੈ। ਇਹਨਾਂ ਨੂੰ ਪਤਾ ਉੱਥੇ ਝੂਠ ਹੈ। ਦੋਏ ਝੂਠ ਇਸ ਤਰੀਕੇ ਨਾਲ ਲੜਦੇ ਨੇ, ਸਿਰਫ ਗੋਲਕ ਤੇ ਕਬਜ਼ਾ ਕਰਨ ਨੂੰ। ਲੜਾਈ ਗੋਲਕ ਦੀ ਹੈ ਦੋਹਾਂ ਦੀ, ਹੋਰ ਕੁਛ ਨਹੀਂ। ਸਿਆਸੀ ਆਦਮੀ ਇੱਕੋ ਜਿਹਾ ਹੁੰਦਾ। ਇਹਨਾਂ ਦੀ ਵੀ ਲੜਾਈ ਗੋਲਕ ਤੱਕੇ ਹੈ ਸਿਰਫ। ਉਹਨਾਂ ਦਾ ਗੋਲਕ ਤੇ ਕਬਜ਼ਾ ਹੈ, ਕਬਜ਼ਾ ਕਰਨਾ ਚਾਹੁੰਦੇ ਨੇ। ਨਾ ਇਹਨਾਂ ਦਾ ਮੁੱਦਾ ਗੁਰਮਤਿ ਦਾ, ਨਾ ਉਹਨਾਂ ਦਾ ਮੁੱਦਾ ਗੁਰਮਤਿ ਦਾ। ਗੁਰਮਤਿ ਦਾ ਮੁੱਦਾ ਦੋਹਾਂ ਦਾ ਨਹੀਂ ਹੈ। ਗੁਰਮਤਿ ਉਹਨਾਂ ਨੇ ਲੈਣਾ ਵੀ ਕੀ ਹੈ, ਇਹਨਾਂ ਦੋਹਾਂ ਨੇ ਲੈਣਾ ਵੀ ਕੀ ਹੈ। ਗਿਆਨ ਦੀ ਗੱਲ ਸਾਰੇ ਕਰਦੇ ਨੇ, ਚਰਚਾ ਦੀ ਗੱਲ ਇਹ ਵੀ ਕਰਦਾ, ਦਲੀਲ ਚਾਹੀਦੀ ਹੈ। ਇਹ ਖੁਦ ਦਲੀਲ ਦੇਣ ਕਿਉਂ ਨਾ ਆਏ? ਸਾਡੇ ਕੋਲ ਆਉਂਦੇ ਦਲੀਲ ਦੇਣ, ਸਾਡੇ ਨਾਲ ਦਲੀਲ ਨਾਲ ਕਿਉਂ ਗੱਲ ਕੀਤੀ ਇਹਨਾਂ ਨੇ? ਉਹਨਾਂ ਨੇ ਨਾ ਕਰਨ, ਹੁਣ ਕਰ ਲੈਣ, ਜਦ ਮਰਜ਼ੀ ਕਰ ਲੈਣ, ਜਿੱਥੇ ਮਰਜ਼ੀ ਕਰ ਲੈਣ। ਸੁਣੇ ਲੈਣਾ ਉਹਨਾਂ ਨੇ, ਇੰਟਰਨੈਟ ਤੇ ਚਲੇ ਜਾਣਾ, ਜਿੱਥੇ ਮਰਜ਼ੀ ਆ ਜਾਣ, ਕਰ ਲੈਣ ਗੱਲ। ਰਹਿਣ ਦੇਣ ਅਕਾਲ ਤਖਤ ਨੂੰ ਇੱਕ ਪਾਸੇ, ਸੰਗਤ ਵਿੱਚ ਕਰਨ ਗੱਲ। ਟੈਲੀਵਿਜ਼ਨ ਤੇ ਕਰ ਲੈਣ, ਮੈਂ ਦੇਖ ਲਾਂਗੇ ਕਿੰਨੇ ਕੁ ਉਹਨਾਂ ਦੇ ਜਿਹੜੇ ਪਾਣੀ ਹੈ ਇਹਨਾਂ ਦੇ ਵਿੱਚ। ਪਤਾ ਤਾਂ ਲੱਗ ਜੂ। ਜਦ ਬਿਮਾਰ ਪਰੀ ਦੋਹ ਗੋਰਨ ਤੇ ਨਾ ਰਹੋ ਪਰ ਮਸੂਰਨ ਕੇ ਮਨ ਮੈਂ। ਇਹ ਜਿਹੜਾ ਵਿਦਵਾਨਾਂ ਦਾ ਭਰਮ ਹੈ ਸਭ ਚੱਕਿਆ ਜਾਊਗਾ। ਜੇ ਜੰਗ ਦੇ ਵਿੱਚ ਦੋਵੇਂ ਪਾਸੇ ਭਿੜਦੇ ਨੇ, ਸੂਰਮਿਆਂ ਦਾ ਭਰਮ ਆਪੇ ਚੱਕਿਆ ਜਾਂਦਾ। ਇਹ ਦੋਹੀ ਪਾਸੇ ਲੱਗ ਜਾਂਦੀ ਹੈ। ਗੱਲ ਦਸਮ ਪਾਤਸ਼ਾਹ ਨੇ ਪੰਕਤੀ ਅਸਲ ਦੇ ਵਿੱਚ ਗਿਆਨ ਚਰਚਾ ਦੀ ਕੀਤੀ ਹੈ, ਗਿਆਨ ਖੰਡ ਦੀ ਲੜਾਈ ਦੀ ਕੀਤੀ ਹੈ। ਕਹਿੰਦੇ ਜਦ ਮਾਰ ਮਚੀ ਦੋਹੂ ਔਰਨ ਤੇ ਨਾ ਰਹੋ ਪਰ ਮਸੂਰਨ ਕੇ ਮਨ ਮੈਂ। ਸਾਰਾ ਭਰਮ ਚੱਕਿਆ ਜਾਊ। ਉਹ ਕਾਲੇ ਵਖਾਨੇ ਦਾ ਚੱਕਿਆ ਗਿਆ ਨਾ, ਇਹਦਾ ਦੁੱਕੀਆਂ ਤਿੱਕੀਆਂ ਨੇ। ਇਹਨਾਂ ਦਾ ਕੀ ਹੈ? ਇਹਦਾ ਦੁੱਕੀਆਂ ਤਿੱਕੀਆਂ ਨੇ। ਔਰ ਹੈ ਵੀ ਬਦਰੰਗ ਦੀਆਂ, ਦੂਏ ਰੰਗ ਦੀਆਂ। ਜੇ ਰੰਗ ਦੀ ਦੁੱਕੀ ਹੋਵੇ, ਦੁੱਕੀ ਉਹ ਬਹੁਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ